ਕਾਫੀ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਇਲਾਕੇ 'ਚ ਕੋਈ ਇਹੋ ਜਿਹਾ ਸਕੂਲ ਹੋਵੇ ਜਿਹਦੇ ਵਿੱਚ ਕਿ ਇੰਗਲਿਸ਼ ਮੀਡੀਅਮ ਦੀ ਚੰਗੀ ਤੋਂ ਚੰਗੀ ਪੜ੍ਹਾਈ ਜਿਹੜੀ ਕਿ ਸਾਨੂੰ ਨੈਨੀਤਾਲ ਅਤੇ ਹੋਰ ਅਲੱਗ-ਅਲੱਗ ਜਗ੍ਹਾ ਜਾ ਕੇ ਮਿਲਦੀ ਆ ਉਹ ਸਾਡੇ ਇਲਾਕੇ 'ਚ ਮਿਲ ਸਕੇ, ਲੇਕਿਨ ਅਜੇ ਤੱਕ ਆਹ ਚੀਜ਼ ਨਹੀਂ ਮਿਲ ਰਹੀ ਸੀ। ਸਭ ਤੋਂ ਵੱਡੀ ਸਾਡੇ ਇਲਾਕੇ ਦੇ ਸਰਦਾਰ ਸ੍ਰੀ ਬਹਾਦਰ ਸਿੰਘ ਜੀ ਦੀ ਦੇਣ ਆ, ਜਿਨ੍ਹਾਂ ਨੇ ਇਹ ਸਾਰਾ ਕੁਝ ਕਰਵਾ ਕੇ ਉਹਨਾਂ ਨੇ ਆਪਣਾ ਜਗ੍ਹਾ ਦਿੱਤੀ। ਹੁਣ ਪਿਛਲੇ ਸਾਲ ਤੋਂ ਸਾਡੇ ਇੱਥੇ ਇਲਾਕੇ ਦੇ ਵਿੱਚ ਨਵੇਂ ਸਟੈਂਡਰਡ ਦੇ ਹਿਸਾਬ ਨਾਲ ਬਹੁਤ ਅੱਛੀ ਐਜੂਕੇਸ਼ਨ ਦੇ ਰਹੇ ਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਗੁਰਮਤ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਆ, ਜਿਹਦੀ ਕਿ ਸਾਨੂੰ ਬਹੁਤ ਜ਼ਿਆਦਾ ਲੋੜ ਹੈਗੀ ਆ। My parents and grandparents feel proud when I recite Shabad front of them. This school helped me to build strong personality. प्रेयर में और पाठ में इस तरीके से बताया जाता है कि हमें अपने से बड़ों के साथ में कैसा व्यवहार करना है। And my main aim is to teach the students with honesty and give them the as much as knowledge as I can. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਫਿਰ ਇੱਕ ਵਾਰੀ ਅਸੀਂ ਅਕਾਲ ਅਕੈਡਮੀ ਦਾ ਗੇੜਾ ਲਗਾਉਣ ਲਈ ਆਏ ਹਾਂ। ਤੁਹਾਨੂੰ ਦੱਸਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਸ ਅਕੈਡਮੀ ਦਾ ਅਸੀਂ ਗੇੜਾ ਲਗਾਉਣ ਲਈ ਆਏ ਹਾਂ, ਇਹਦੇ ਆਲੇ ਦੁਆਲੇ ਸਾਨੂੰ ਖੇਤ ਨਹੀਂ ਬਲਕਿ ਫੋਰੈਸਟ ਦੇਖਣ ਨੂੰ ਮਿਲੇ, ਵਾਈਲਡ ਲਾਈਫ ਦੇਖਣ ਨੂੰ ਮਿਲੀ ਹੈ। ਜੀ ਹਾਂ, ਨੇਪਾਲ ਦੇ ਬਾਰਡਰ ਤੋਂ ਜਸਟ 50 ਕਿਲੋਮੀਟਰ ਪਹਿਲਾਂ ਇਹ ਇੰਡੀਆ ਦੇ ਵਿੱਚ ਹੈ। ਸੰਤਗੜ੍ਹ ਪੀਰਾ ਉੱਤਰ ਪ੍ਰਦੇਸ਼ ਦੇ ਵਿੱਚ ਅਕਾਲ ਅਕੈਡਮੀ। ਇਹ ਏਰੀਆ ਪੂਰਾ ਜੰਗਲ ਦੇ ਨਾਲ ਢੱਕਿਆ ਹੋਇਆ ਹੈ, ਪਰ ਇਹਨਾਂ ਜੰਗਲਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਇਮਾਰਤ ਜੋ ਕਿ ਅਕਾਲ ਅਕੈਡਮੀ ਸੰਤਗੜ੍ਹ ਦੀ ਹੈ। ਸੋ ਅੱਜ ਅਸੀਂ ਆਏ ਹਾਂ ਇਸ ਅਕੈਡਮੀ ਦੇ ਵਿੱਚ ਜਾਣਨ ਦੇ ਲਈ ਕਿ ਇੱਥੇ ਕਿੰਨੇ ਕੁ ਬੱਚੇ ਪੜ੍ਹ ਰਹੇ ਹਨ, ਕਿਸ ਤਰੀਕੇ ਦੀ ਉਹਨਾਂ ਨੂੰ ਵਿੱਦਿਆ ਦਿੱਤੀ ਜਾ ਰਹੀ ਹੈ। ਸੋ ਆਓ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਹੁਣ ਅਸੀਂ ਚੱਲਦੇ ਹਾਂ ਅਕਾਲ ਅਕੈਡਮੀ ਸੰਤਗੜ੍ਹ ਦੇ ਅੰਦਰ ਔਰ ਉੱਥੇ ਚੱਲ ਕੇ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਖੂਬਸੂਰਤ ਮਾਹੌਲ ਹੈ। The amazing part of the academy is we do part every day. We start our day with Gurbani. My parents and grandparents feel proud. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My name is Namanpreet Kaur. I study in class 5th. I would like to share my experience in this Akal Academy. I get chance to learn Punjabi language. My parents go to Punjab at home. We communication in Punjabi. I speak Punjabi but I could not read or write in Punjabi. So I feel I am awake from my mother tongue. So I was thankful to Akal Academy school that they gave me chance to me learn mother tongue, that is Punjabi. I learned something new, that is I found our questions from the book. Our teachers teach us how we find the answers of the questions. I like this school because I learned so many things in this school. With education, Gurbani is also tells here, and our school produce all the type of facilities like computer lab, smart board classes and music classes. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਵਿੰਦਰ ਕੌਰ ਹੈ। ਮੈਂ ਗਿਰਦਾ ਗੌੜੀ ਪੀਰਾ ਸੰਤਗੜ੍ਹ ਤੋਂ ਬੋਲ ਰਹੀ ਹਾਂ। ਮੇਰੇ ਇੱਥੇ 2 ਬੱਚੀਆਂ ਪੜ੍ਹਦੀਆਂ ਹਨ ਜੋ ਪਹਿਲੇ ਕਿਸੇ ਹੋਰ ਸਕੂਲ ਵਿੱਚ ਜੋ ICSE ਬੋਰਡ ਨੂੰ ਬਿਲੋਂਗ ਕਰਦਾ ਸੀ, ਲੇਕਿਨ ਕਜਰੀ ਦਾ CBSE ਬੋਰਡ ਦੇਖ ਕੇ ਮੇਰੀ ਇਹ ਇੱਛਾ ਸੀ ਕਿ ਮੈਂ ਆਪਦੇ ਬੱਚੇ ਇੱਥੇ ਪੜ੍ਹਾਵਾਂ, ਲੇਕਿਨ ਮੇਰੀ ਫੈਮਿਲੀ ਪ੍ਰੋਬਲਮ ਹੋਣ ਦੀ ਵਜ੍ਹਾ ਨਾਲ ਮੈਂ ਉੱਥੇ ਬੱਚੇ ਨਹੀਂ ਪਾ ਪਾਈ। ਜਦੋਂ ਮੈਨੂੰ ਇਸ ਅਕੈਡਮੀ ਬਾਰੇ ਪਤਾ ਲੱਗਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਆਪਣੇ ਬੱਚੇ ਇੱਧਰ ਭੇਜੇ। ਥੋੜਾ 1-2 ਮਹੀਨਾ ਕਨਫਿਊਜ਼ ਰਹੀ ਕਿਉਂਕਿ ਸਿਲੇਬਸ ਬਹੁਤ ਟਫ ਸੀ, ਲੇਕਿਨ ਜਦੋਂ ਮੇਰੀਆਂ ਬੱਚੀਆਂ ਦੇ ਹਾਫ ਈਅਰਲੀ ਐਗਜ਼ਾਮ ਹੋਏ ਔਰ ਮੇਰੇ ਬੱਚਿਆਂ ਨੇ ਫਸਟ ਰੈਂਕ ਹਾਸਿਲ ਕੀਤੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਇੰਨਾ ਡਿਫਰੈਂਟ ਸਿਲੇਬਸ ਹੋਣ ਦੇ ਬਾਵਜੂਦ
ਇੱਥੇ ਇੰਨਾ ਵਧੀਆ ਐਜੂਕੇਸ਼ਨ ਦਿੱਤੀ ਗਈ ਕਿ ਮੈਨੂੰ ਇਸ ਅਕੈਡਮੀ ਉੱਪਰ ਗਰਵ ਸੀ। ਆਮ ਸਕੂਲਾਂ 'ਚ ਸਾਡੇ ਬੱਚੇ ਪੜ੍ਹ ਰਹੇ ਸੀਗੇ, ਉੱਥੇ ਇੰਨਾ ਸਾਨੂੰ ਨਹੀਂ ਸੀਗਾ ਪ੍ਰਾਊਡ ਕਿ ਸਿੱਖਿਆ ਪ੍ਰਾਪਤ ਨਹੀਂ ਹੋ ਰਹੀ ਸੀ ਵਧੀਆ। ਇੱਥੇ ਅਕਾਲ ਅਕੈਡਮੀ 'ਚ ਸਾਨੂੰ ਵਧੀਆ ਲੱਗਾ। ਇੱਥੇ ਅਸੀਂ ਬੱਚੇ ਲਾਏ ਆ ਕਿ ਜਿਹੜੇ ਕਿ ਵਧੀਆ ਚੱਲ ਰਹੇ ਆ। ਸਾਨੂੰ ਬੜਾ ਪ੍ਰਾਊਡ ਆ ਉਹਨਾਂ 'ਤੇ ਕਿ ਬੱਚਿਆਂ ਨੂੰ ਇੱਕ ਤਾਂ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ। ਇਹ ਬੜਾ ਸਾਨੂੰ ਬਹੁਤ ਫਖਰ ਦੇ ਮਹਿਸੂਸ ਹੋ ਰਿਹਾ। If we talk about studies matter, so the studies of Akal Academy is quite different and good than other schools. We can see that in our area even there is no other school good than Akal Academy. The staff faculty is quite good. All the teachers are mostly from Badu Sahib, from the mainstream from which this belongs, and they are quite awesome. The pattern of their is maybe related to CBSE form, and which is quite good for the students for their learning, so they can learn practically. ਮੇਰੇ ਬੱਚੇ ਅੱਜ ਦੁਨਿਆਵੀ ਸਿੱਖਿਆ ਦੇ ਨਾਲ ਧਾਰਮਿਕ ਸਿੱਖਿਆ ਵੀ ਪ੍ਰਾਪਤ ਕੀਤੀ, ਜੋ ਅੱਜ 5 ਬਾਣੀਆਂ ਕਰਕੇ ਸ਼ਾਮ ਨੂੰ ਰਹਿਰਾਸ ਸਾਹਿਬ ਕਰਕੇ ਫਿਰ ਸੌਂਦੇ ਹਨ ਤੇ ਇੱਕ ਅੱਛੀ ਸਿੱਖਿਆ ਪ੍ਰਾਪਤ ਕਰਨੇ ਹਨ। ਜਿੱਦਾਂ ਕਿ ਪਹਿਲਾਂ ਨਾਰਮਲੀ ਬੱਚੇ ਆਪਣੀ ਸਿੱਖੀਜ਼ਮ ਭੁੱਲ ਰਹੇ ਆ, ਉੱਦਾਂ ਵੀ 2% ਆਪਣੀ ਪਾਪੂਲੇਸ਼ਨ ਆ ਸਿੱਖਾਂ ਦੀ। ਉਸ ਤੋਂ ਇਲਾਵਾ ਜਿਹੜੇ ਭੁੱਲ ਰਹੇ ਆ, ਜਿਹੜੇ ਹੁਣ ਬੱਚੇ ਆ ਰਹੇ ਨਵੀਂ ਜਨਰੇਸ਼ਨ ਆ, ਉਹਨਾਂ ਨੂੰ ਆਪਣੀ ਸਿੱਖੀਜ਼ਮ ਦੇ ਅਕੋਰਡਿੰਗ ਉਹਨਾਂ ਵੱਲ ਚੱਲਣਾ ਚਾਹੀਦਾ ਹੈ। ਮੇਰਾ ਬ੍ਰਦਰ ਇੱਥੇ ਆ ਕੇ ਇੰਨਾ ਪ੍ਰੋਗਰੈਸ ਕੀਤਾ ਆ ਕਿ ਉਹਨੇ ਅੱਜ ਪਿਛਲੇ ਜੂਨ ਦੇ ਵਿੱਚ ਆਪਦੀ ਸਮਰ ਵੈਕੇਸ਼ਨ ਦੇ ਵਿੱਚ ਕਿਤੇ ਹੋਰ ਘੁੰਮਣ ਦੀ ਬਜਾਏ ਨਾਂਦੇੜ ਹਜੂਰ ਸਾਹਿਬ ਗਿਆ, ਜਿੱਥੋਂ ਅੰਮ੍ਰਿਤ ਛਕ ਕੇ ਆਇਆ। ਤਾਂ ਆਪਾਂ ਵੇਖ ਸਕਦੇ ਹਾਂ ਕਿ ਉਹਨੇ ਕਿੰਨਾ ਪ੍ਰੋਗਰੈਸ ਕੀਤਾ ਆਪਦੀ ਸਿੱਖੀਜ਼ਮ ਨੂੰ ਰਿਲੇਟਡ। ਆਮ ਸਕੂਲਾਂ 'ਚ ਕੋਚਿੰਗ ਲਾਉਣੀ ਪੈਂਦੀ ਸੀਗੀ ਤੇ ਇੱਥੇ ਬਹੁਤ ਸਾਨੂੰ ਬੱਚੇ ਵੀ ਅੱਗੇ ਚੱਲ ਰਹੇ ਆ ਵਧੀਆ, ਕਿ ਪੜ੍ਹਾਈ 'ਚ ਵੀ ਵਧੀਆ। ਸਾਨੂੰ ਬਹੁਤ ਅੱਛਾ ਲੱਗ ਰਿਹਾ, ਮਹਿਸੂਸ ਹੋ ਰਿਹਾ। ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸ਼ਹਿਰ ਦੇ ਵਿੱਚ ਅਕਾਲ ਅਕੈਡਮੀ ਖੁੱਲ੍ਹਿਆ ਵਾ, ਬਹੁਤ ਸਾਨੂੰ ਗਰਵ ਆ। ਇੱਥੇ ਆ ਕਿਤਾਬਾਂ ਦੇ ਇਲਾਵਾ ਵੀ ਬਹੁਤ ਗਿਆਨ ਸਾਈਡ ਦਾ ਗਿਆਨ ਹੋਰ ਦਿੰਦੇ ਆ ਬੱਚੇ ਨੂੰ, ਜਿਹਦੇ ਨਾਲ ਬੱਚਾ ਬਹੁਤ ਖੁਸ਼ ਹੁੰਦਾ ਆ। ਬੱਚੇ ਨੂੰ ਸੰਗੀਤ ਬਹੁਤ ਅੱਛਾ ਸਿਖਾ ਰਹੇ ਆ ਗੁਰਮਤਿ ਦੇ ਹਿਸਾਬ ਨਾਲ। ਬੱਚਾ ਆਪਣੇ ਆਪ ਘਰ ਜਾ ਕੇ ਵੀ ਉਸ ਹਿਸਾਬ ਨਾਲ ਕਰਦਾ ਆ, ਪ੍ਰੈਕਟਿਸ ਕਰਦਾ ਆ। ਨਾਰਮਲੀ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਹੁਣ ਭੁੱਲ ਰਹੀ ਆ, ਆਪਣੀ ਮਾਂ ਬੋਲੀ ਬਿਲਕੁਲ ਭੁੱਲ ਰਹੀ ਆ, ਬਟ ਉਹ ਪੰਜਾਬੀ ਬੋਲਦਾ ਵੀ ਹੈ, ਲਿਖਦਾ ਵੀ ਹੈ, ਫਤਿਹ ਵੀ ਬੁਲਾਉਂਦਾ ਹੈ। ਸੈਕਿੰਡ ਕਲਾਸ 8 ਸਾਲ ਦੀ ਉਮਰ ਦੇ ਵਿੱਚ ਆਪਦੇ 10 ਗੁਰੂਆਂ ਦੇ ਨਾਮ, 5 ਪਿਆਰਿਆਂ ਦੇ ਨਾਮ, 14 ਸਾਹਿਬਜ਼ਾਦਿਆਂ ਦੇ ਨਾਮ ਉਹਨੂੰ ਮੂੰਹ ਜ਼ਬਾਨੀ ਯਾਦ ਨੇ। ਉਸ ਤੋਂ ਇਲਾਵਾ ਨਿਤਨੇਮ ਦੇ ਪਾਠ ਉਹ ਡੇਲੀ ਕਰਦਾ ਆ, ਟਰਾਈ ਕਰਦਾ ਕਿ ਹੋਰ ਵਧੀਆ ਤਰੀਕੇ ਨਾਲ ਕਰ ਪਾਵੇ। इनका प्रॉस्पेक्टस खासतौर से डे बोर्डिंग सिस्टम काफ़ी पसंद आया। छोटे बच्चों को कैरी बैग वगैरह कैरी नहीं करने हैं, ये बहुत अच्छी चीज़ें हैं और काफ़ी अच्छा माहौल है। बच्चों को अलग तरीके से पढ़ाने की कोशिश की जाती है, बच्चों को जल्दी समझ में आता है, घर जैसा माहौल मिलता है बच्चों को। मैं बहुत खुश हूँ, बहुत बढ़िया। मैं उज्जवल भविष्य की कामना करता हूँ। And if we talk about sports and extracurricular activities, we can see that in school campus the students are bringing their like waste material, and through that waste material they are improving and like recycling each and everything. And sports are also good. We can see that there are many, like volleyball court is here, badminton court is too here. The students are learning many sports activities also. The class teacher, the other subject teachers are also very good here. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Myself Baljinder Kaur, and I have been teaching in Akal Academy since 2015, and I have completed my education at Akal Academy Gomti, and by studying I have chosen my profession as a teacher because I like the way the teacher taught us, and the same thing I wanted to give to my students. और मैंने अकाल अकेडमी संतगढ़ अप्रैल 2019 में ज्वाइन किया है। इससे पहले मैं अदर अकेडमीज़ में मैंने करीब 14 वर्ष तक टीचिंग की है। तो वहाँ के एक टीचिंग एक्सपीरियंस में और यहाँ के टीचिंग एक्सपीरियंस में मुझे बहुत ढेर सारा डिफरेंट देखने को मिल रहा है। कहीं ना कहीं अदर अकेडमी में बच्चों को चाहे वो टीचर का व्यवहार हो वो भी अलग मिलता है, और कहीं ना कहीं बच्चों का जो बिहेव होता है टीचर के साथ में वो अलग देखने को मिल रहा है। The environment of the Akal Academy is very good and the peace.
and the education and the system of the education is totally different, and it is based on the activities. I haven't seen such a nice environment at any other places, and my main aim is to teach the students with honesty and give them the as much as knowledge as I can. प्रेयर में और पाठ में इस तरीके से बताया जाता है कि हमें अपने से बड़ों के साथ में कैसा व्यवहार करना है। तो कहीं ना कहीं बच्चे हमारे, आज हमें 6 मंथ करीब कंप्लीट हो रहे हैं, और उस पीरियड में शुरुआत में जब बच्चे हमारे यहाँ अप्रैल में आए थे तो उनका व्यवहार कहीं ना कहीं बहुत ज़्यादा डिफरेंट था। आज वही व्यवहार, वही बिहेव हमें बच्चों में बिल्कुल अलग देखने को मिल रहा है। कहीं ना कहीं उनके साथ साथ शिक्षा के साथ साथ उनमें संस्कार, उनमें बड़ों के साथ हमें किस तरीके से बात करनी चाहिए, ये सारी चीज़ें देखने को मिल रही हैं। वाहिगुरु जी का खालसा, वाहिगुरु जी की फतेह। I myself Mandeep Kaur is on a pious duty given by Baba Iqbal Singh Ji as working as a principal at Akal Academy Santgarh. This academy is located in the Lakhimpur district, Uttar Pradesh. The nearby town is Palia, which is known as the Sikh farmers. Those are working here. They are really hard worker, and they earn everything by following Shri Guru Nanak Dev Ji, Kirt Karo Naam Japo Ban Shako. All the Sikh people, those came from a Punjab, they are really hard worker. They work very hard. It's located nearby the forest. The people are not fearful from anything. The 60% of the community of this area is of Punjabi. The love from the community, Punjabi community, was in abundance. Everyone loved it, that someone is there which school will help their kids to learn the mother tongue. As per the today's generation, which generation is going on, their kids, they were away from their mother tongue. They were not very close to the Punjabi. They can speak it, but they were not able to read and write. So this is the first school in the area which helped the students to learn Punjabi, Hindi and English. Parents and the grandparents were very happy that this school is the one which will teach them their mother tongue, Punjabi language. This is the first school which helped them to learn how to read and write in Punjabi. And the kids have shown such an interest in a Punjabi language that within 1 month we were able to cover all the alphabets and along with the matra. Now the students knows how to recite a Gurbani, Japji Sahib, Jap Sahib, Tapar Sahib Swaiye, Chaupai Sahib, Anand Sahib. Parents were really happy with the progress that earlier the kids were not able to know how to do a Mool Mantra. Now the kids knows the whole Nitnem. They does the Nitnem in the school. The Akal Academy begins with the Nitnem. And same thing is followed by the students on the Sunday routine at home. On Sunday at home, everyone does the Nitnem in the, and the grandparents are very happy that our kids are attached with the roots and the culture of the Punjabi community and Sikh religion. Now the kids are really happy that they know 3 languages, English, Hindi, Punjabi. And it's not about the only Sikh community or Punjabi community. We get the same love from a Hindus and the Muslim community. Hindu parents are really happy with this academy. Even in the month of October is going on, like one semester is already completed. But as soon as they come to know that there is a new school at Bira, so they come for the admission. We keep them with us. We give them a promise that next year admission will be given to them. No doubt we keep inviting them on our programs whenever we does any co-curricular activity. We call the parents of our students, and even we call the parents, those were not knowing when admission started, but now they are eager to get the admission of their child in the academy. And the Muslim community is also showing a great interest in us. So our main aim is this, that we develop our students, those come to us, they have a thirst for knowledge, they are curious for everything, they inquire each and everything. We try that our kids always, they ask a question, they gain information, they gather the data, they observe their surrounding, they come to know what is a wrong, what is a right. So our main belief is this, that the kids should know that if they are inquiring, if they are doing a survey, if they are going on observation, they should know what is the purpose behind it. It's not simply
to fill the pages with the black and white ink. It's to keep everything in their mind and impart the same knowledge with the other friends and with their classmates or with their other friends those are studying in other school. The best thing about this school is this, that the grandparents and the parents comes to know when they says ki our kids have forgotten how to say Sat Shri Akal, Vaheguru Ji Ka Khalsa, Vaheguru Ji Ki Fateh. Now the kids, the student of our academy, if someone they meet or someone comes in their school at their home, they wish to everyone Vaheguru Ji Ka Khalsa or Vaheguru Ji Ki Fateh. They touch the feet. So it's the best part about us that the grandparents are really happy that our kids are not broken from their roots of culture. In this academy, students get exposure to learn outside. They are not being kept in the classes for the whole day. They are taken outside for the study of their neighborhood, related to the working of the different neighborhoods. For the science subject human system, they were taken to the One Beat Hospital where they were shown the skeletons. Same way the doctors come in the classes and then they give a guest speaker speech. So this school is not about that the kids are kept inside and then they are being taught whole day through blackboard and notebooks. The kids were shown the videos through the smart classes, PowerPoint presentations, and most of the teachers, they try to provoke the student in place of explaining them. They ask to the students what is in their mind, and later on they take the student from simple to complex, known to unknown. This is the best part about this academy. The students conduct survey with the local people, local community, to know their perspective, that what they think and how do they feel. Later on they come to the class, they conclude it, what is the learning being done by them. It helped them to develop their social skills, communication skills, and respecting about others. It helped them to build their perspective, what they think. Our main aim for this academy is this, that when the teacher prepares a lesson plan, in the beginning he writes objective, but at the end he writes the reflection part where he reflects about it. If my kids are going to learn about the social study, if they're going to learn about the environment, how are they going to be a thinker for the earth? How are they going to build this earth more clean and more better place so that the coming generation, the humanity is developed in them and the kids think about it before so that they can create better, peaceful world. This academy is considered as the best infrastructure by the parents rather by comparing to the other schools, because we have a music lab, we have a computer lab, we have an activity room where the small kids are being taken there to develop their gross and fine motor skills. Even the nursery class, if we go and visit the nursery class, we'll find their sand pit, water pool, so that the students are given a different opportunity to develop their gross motor skills. Students are being taken to the music class to practice about harmonium, tabla and other instruments. Still, it's being 5 months only to this academy, but this academy students have gone to the various gurdwaras for participating in Gurbani and Kirtan, and they are being rewarded by the people, by the organization of gurdwaras. People says that within 5 months, if the kids knows about their Sikh history, about their background, culture, that's the best thing which they were not able to within 10 years. They are able to do now. This land is being donated by Mr. Bahadur Singh, who is living in Muslim. He's an NRI and a businessman. But his main purpose is he wants to serve to the community as much as he can. So he's the one, he wants that this land is being donated, but he wants the kids, those learn from here, those does study here, they should be the ones, those build the nation of tomorrow. They should think about the better world, where the community lives in a peace, in a harmony. Once again at the last, I feel blessed that I'm a part of this Kalgitar Trust family, where we all work for the community, not for us.
and even not only our community, we think about the whole world, where we can create such a world that we all live in a peaceful world with a harmony, without any discrimination, without any differences. We all try to find out the differences and similarities of each other, and then at the last we all live like a brother sister, and then we can create a more brotherhood world where everyone is living with the same mission to create a one better, more peaceful world, which is the thought of Sant Atar Singh Ji Maharaj and Sant Baba Iqbal Singh Ji and Sant Baba Teja Singh Ji. Everyone thought about this only, to build such a world where everyone live in a brotherhood feeling without any discrimination. At the last, I would like to request to everyone that once come and visit this academy, you'll come to know the true difference between education given by others and by the Akal Academy. You'll come to know how the kids learn by doing, learning by doing, not by the rote learning, not by through the books or notebooks only. They get exposure to go outside, they get exposure to the different resources, different material which is given to them to learn much better, so that they can remember it for a long time and then they can build their memory again and again. I would like to request you that visit this academy, you'll come to know the difference between the education which is being imparted by the Akal Academy. ਸੰਗਤ ਜੀ, ਅਕਸਰ ਅਸੀਂ ਸੁਣਿਆ ਹੈ ਕਿ ਵਿਦਿਆ ਇਨਸਾਨ ਦਾ ਤੀਸਰਾ ਨੇਤਰ ਹੈ। ਸੋ ਵਿਦਿਆ ਦੀ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਜੋ ਇਹ ਛੋਟੇ ਬੱਚੇ ਜਿਨ੍ਹਾਂ ਨੂੰ ਅੱਜ ਤੁਸੀਂ ਅਕਾਲ ਅਕੈਡਮੀ ਦੇ ਵਿੱਚ ਪੜ੍ਹਦੇ ਹੋਏ ਦੇਖਿਆ, ਇਹਨਾਂ ਦੇ ਟੀਚਰ ਸਾਹਿਬਾਨ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇੱਕ ਬੱਚੇ ਦੇ ਨਾਲ ਮਿਹਨਤ ਕਰ ਰਹੇ ਨੇ। ਅਕਾਲ ਅਕੈਡਮੀ ਹਰ ਇੱਕ ਤਰੀਕੇ ਦੀ ਸਹੂਲੀਅਤ ਇਹਨਾਂ ਸਾਰੇ ਬੱਚਿਆਂ ਨੂੰ ਦੇ ਰਹੀ ਹੈ। ਇਸ ਸਭ ਦੇ ਪਿੱਛੇ ਜੋ ਕਾਰਨ ਹੈ ਉਹ ਇਹੀ ਹੈ ਕਿ ਵਿਦਿਆ ਇਨਸਾਨ ਦਾ ਤੀਸਰਾ ਨੇਤਰ ਹੈ। ਵਿਦਿਆ ਦਾ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਹੈ। ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਕਿੱਥੇ ਹਾਂ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਕਿੱਥੇ ਪਹੁੰਚਣਾ ਹੈ, ਇਹ ਜੋ ਫਾਸਲਾ ਹੈ ਇਹ ਵਿਦਿਆ ਦੇ ਰਾਹੀਂ ਤੈਅ ਹੁੰਦਾ ਹੈ। ਇਹ ਜੋ ਸਫ਼ਰ ਹੈ ਇਹ ਵਿਦਿਆ ਦੇ ਰਾਹੀਂ ਤੈਅ ਹੁੰਦਾ ਹੈ। ਜਿਸ ਨੂੰ ਅੱਛੀ ਉੱਚੀ ਸੁੱਚੀ ਵਿਦਿਆ ਮਿਲ ਗਈ, ਉਹ ਆਪਣੇ ਜੀਵਨ ਦੇ ਸਫ਼ਰ ਦੇ ਵਿੱਚ ਚੜ੍ਹਾਈਆਂ ਜ਼ਰੂਰ ਕਰੇਗਾ। ਮੈਂ ਉਹਨਾਂ ਪਰਿਵਾਰਾਂ ਦੇ ਬਾਰੇ ਵੀ ਸੋਚਦਾ ਹਾਂ ਜਿਹੜੇ ਇਸ ਦਾਤ ਤੋਂ ਵਾਂਝੇ ਰਹਿ ਜਾਂਦੇ ਨੇ। ਪਰ ਅਕਾਲ ਅਕੈਡਮੀ ਦੀ ਖਾਸੀਅਤ ਹੈ ਕਿ ਜਿੱਥੇ ਉਹ ਦੇਖਦੇ ਨੇ ਕਿ ਕੋਈ ਲੋੜਵੰਦ ਹੈ ਜਾਂ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਵਾਕਈ ਲੋੜ ਹੈ ਕਿ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮੁਫਤ ਵਿੱਚ ਪੜ੍ਹਾਇਆ ਜਾਏ, ਉੱਦਾਂ ਦੀ ਸਹੂਲਤਾਂ ਵੀ ਅਕਾਲ ਅਕੈਡਮੀ ਦੇ ਵਿੱਚ ਮਿਲਦੀਆਂ ਨੇ। ਅੱਜ ਕਈ ਹਜ਼ਾਰ ਬੱਚੇ ਫ੍ਰੀ ਐਜੂਕੇਸ਼ਨ ਲੈ ਰਹੇ ਹਨ ਅਕਾਲ ਅਕੈਡਮੀ ਦੇ ਵਿੱਚ। ਉਹਨਾਂ ਲੋੜਵੰਦ ਪਰਿਵਾਰਾਂ ਦੇ ਬੱਚੇ ਜੋ ਕਿ ਸ਼ਾਇਦ ਇੰਨੀ ਸੋਹਣੀ ਇੰਨੀ ਵਧੀਆ ਅਕੈਡਮੀਜ਼ ਦੇ ਵਿੱਚ ਤਾਲੀਮ ਲੈਣ ਦੇ ਲਾਇਕ ਨਹੀਂ ਨੇ, ਕਿਉਂਕਿ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ। ਪਰ ਅਕਾਲ ਅਕੈਡਮੀ ਇਹੋ ਜਿਹੇ ਬੱਚਿਆਂ ਨੂੰ ਵੀ, ਇਹੋ ਜਿਹੇ ਪਰਿਵਾਰਾਂ ਨੂੰ ਵੀ ਗਲ ਵਕੜੀ ਲਾ ਕੇ ਉਹਨਾਂ ਛੋਟੇ ਬੱਚਿਆਂ ਨੂੰ ਵਿਦਿਆ ਦੇ ਰਾਹੀਂ ਉਹਨਾਂ ਦੇ ਜੀਵਨ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਜਾਂਦਾ ਹੈ। ਸੋ ਸੰਗਤ ਜੀ, ਮੈਂ ਬੇਨਤੀ ਕਰਾਂਗਾ, ਜੇ ਤੁਸੀਂ ਚਾਹੁੰਦੇ ਹੋ ਕਿ ਅਕਾਲ ਅਕੈਡਮੀ ਸੰਤਗੜ੍ਹ ਭੀਰਾ ਦੇ ਬੱਚੇ ਅੱਛੀ ਵਿਦਿਆ ਲੈ ਕੇ, ਉੱਚੀ ਸੁੱਚੀ ਉੱਚੇ ਪੱਧਰ ਦੀ ਵਿਦਿਆ ਲੈ ਕੇ ਅੱਗੇ ਵੱਧ ਸਕਣ, ਜੇ ਤੁਸੀਂ ਚਾਹੁੰਦੇ ਹੋ ਕਿ ਇਹ ਅਕੈਡਮੀ ਹੋਰ ਵੀ ਅੱਗੇ ਵਧੇ, ਇੱਥੇ ਹੋਰ ਵੀ ਬੱਚੇ ਜਿਹੜੇ ਨੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਵੀ ਜੋ ਬੱਚੇ ਨੇ ਉਹ ਵੀ ਪੜ੍ਹ ਸਕਣ, ਤੇ ਤੁਸੀਂ ਆਪਣਾ ਦਸਵੰਧ ਇਹਨਾਂ ਬੱਚਿਆਂ ਦੇ ਬੈਟਰ ਫਿਊਚਰ ਦੇ ਲਈ ਕੰਟਰੀਬਿਊਟ ਕਰ ਸਕਦੇ ਹੋ। ਆਲਵੇਜ਼ ਰਿਮੈਂਬਰ, ਤੁਹਾਡੇ ਜੋ ਇਹ ਦਿੱਤੀ ਹੋਈ ਡੋਨੇਸ਼ਨ ਹੈ ਇਸ ਦਾ ਦੁਰਉਪਯੋਗ ਕਦੀ ਵੀ ਨਹੀਂ ਹੁੰਦਾ। ਇਸ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਉਪਯੋਗ ਕੀਤਾ ਜਾਂਦਾ ਹੈ, ਤਾਂ ਹੀ ਇੰਨੀ ਸੋਹਣੀ ਇੰਨੀ ਵਧੀਆ ਅਕੈਡਮੀਜ਼ ਔਰ ਇੰਨੀ ਉੱਚੇ ਪੱਧਰ ਦੀ ਜੋ ਵਿਦਿਆ ਹੈ, ਤਾਲੀਮ ਹੈ, ਇਹਨਾਂ ਸਾਰੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ। ਅੱਜ ਦੇ ਲਈ ਇੰਨਾ ਹੀ। ਹੁਣ ਫਿਰ ਮੁਲਾਕਾਤ ਕਰਾਂਗੇ ਅਗਲੀ ਵਾਰੀ। ਤਦ ਤੱਕ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।